ਇੱਕ ਮਾਸਟਰ ਦਾ ਬੇਟਾ ਜਿਹੜਾ ਸੀਐਮ ਹੋ ਕੇ ਮਾਸਟਰਾਂ ਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸੜਕਾਂ 'ਚ ਰੋਲ ਰਿਹਾ ਤਾਂ ਉਹ ਕਿੱਡੀ ਵੱਡੀ ਉਹਦੀ ਮਤਲਬ ਨਲਾਇਕੀ ਹੈ। ਆਪਦੇ ਬੱਚੇ ਤੁਸੀਂ ਬਾਹਰਲੇ ਮੁਲਕਾਂ 'ਚ ਭੇਜ ਕੇ ਸਾਡੇ ਬੱਚਿਆਂ ਨੂੰ ਸੜਕਾਂ ਤੇ ਬਿਠਾਇਆ ਹੋਇਆ। ਉਰੇ ਇਸ ਸੂਬੇ ਦੇ ਵਿੱਚ ਇਹਨਾਂ ਨੇ ਨਸ਼ਾ ਇੰਨਾ ਸਸਤਾ ਕਰ ਦਿੱਤਾ ਕਿ ਵਿੱਦਿਆ ਉਹਦੇ ਨਾਲੋਂ ਦੁੱਗਣੀ ਮਹਿੰਗੀ ਹੋ ਚੁੱਕੀ ਹੈ। ਸਰਕਾਰ ਵੱਲੋਂ ਜਿਹੜਾ ਕਿ ਸਾਨੂੰ ਇੱਕ ਨਾ ਮਾਤਰ ਕੋਝੀ ਜਿਹੜੀ ਕਿ ਉਹਨਾਂ ਵੱਲੋਂ ਅਸੀਂ ਸ਼ਰਾਰਤੀ ਕਵਾਂਗੇ 164 ਕਰੋੜ ਜਿਹੜੀ ਕਿ ਇਹਨਾਂ ਨੇ ਰਾਸ਼ੀ ਦਿੱਤੀ ਆ ਪੰਜਾਬੀ ਯੂਨੀਵਰਸਿਟੀ ਨੂੰ, ਉਹ ਨਾ ਮਾਤਰ ਹੈ। ਵਿੱਤ ਮੰਤਰੀ ਸਾਹਿਬ ਇਹ ਕਹਿੰਦੇ ਆ ਵੀ ਅਸੀਂ ਤਾਂ 150 ਤੋਂ ਵਧਾ ਕੇ ਗ੍ਰਾਂਟ 164 ਕਰਤੀ ਹੈ ਨਾ। ਉਹਦਾ ਮਤਲਬ ਲੋਕਾਂ ਨੂੰ ਫੇਰ ਮਿਸਲੀਡ ਕਰੋ, ਮੂਰਖ ਬਣਾਓ। ਤੇ ਬਜਟ ਡਾਕੂਮੈਂਟ ਮੇਰਾ ਖਿਆਲ ਪ੍ਰਿੰਸੀਪਲ ਰਹੇ ਆ ਉਹ ਬੁੱਧ ਰਾਮ ਜੀ, ਜੇ ਪ੍ਰਿੰਸੀਪਲ ਨੂੰ ਬਜਟ ਦੇਖਣਾ ਵੀ ਨਹੀਂ ਆਇਆ ਪਿਛਲੇ ਸਾਲ ਦਾ, ਇਹਦੇ ਨਾਲੋਂ ਮਾੜੀ ਗੱਲ ਨਹੀਂ ਹੋ ਸਕਦੀ। ਜਿਹੜੀ ਕਹਿੰਦੀ ਹੈ ਟਰਾਂਸਪੇਰੈਂਟ ਹੈ, ਅਸੀਂ ਲੋਕਾਂ ਆਮ ਬੰਦੇ ਦੀ ਸਰਕਾਰ ਹੈ, ਮੇਰਾ ਖਿਆਲ ਇਹ ਖਾਸ ਬੰਦਿਆਂ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲਿਆਂ ਦੀ ਉਹ ਸਰਕਾਰ ਹੈ। ਤੇ ਆਮ ਬੰਦਾ ਤਾਂ ਆ ਬੈਠਾ ਸੜਕਾਂ ਤੇ ਬੈਠਾ ਧਰਨੇ ਲਾਉਂਦਾ ਮੁਜ਼ਾਹਰੇ ਕਰ ਰਿਹਾ, ਉਹਨਾਂ ਦੇ ਕੋਲ ਨਹੀਂ ਆ ਰਹੇ। ਕੱਲ ਇੱਥੇ ਭਗਵੰਤ ਮਾਨ ਹੋਣੀ ਆਏ ਸੀਗੇ, ਇਸੇ ਯੂਨੀਵਰਸਿਟੀ ਦੀ ਪ੍ਰੋਡਕਟ ਨੇ। ਜੇ ਉਹਨਾਂ ਨੂੰ ਦਰਦ ਹੁੰਦਾ ਪੰਜਾਬੀ ਯੂਨੀਵਰਸਿਟੀ ਦਾ, ਜੇ ਉਹਨਾਂ ਨੂੰ ਵਿਦਿਆਰਥੀਆਂ ਦਾ ਦਰਦ ਹੁੰਦਾ, ਜੇ ਉਹਨਾਂ ਨੂੰ ਅਧਿਆਪਕਾਂ ਮੁਲਾਜ਼ਮਾਂ ਦਾ ਦਰਦ ਹੁੰਦਾ, ਫਿਰ ਉਹ ਇਸ ਡੈਲੀਗੇਸ਼ਨ ਨੂੰ ਉੱਥੇ ਬੁਲਾ ਵੀ ਸਕਦੇ ਸੀ 5 ਮਿੰਟ। ਪੰਜਾਬੀ ਯੂਨੀਵਰਸਿਟੀ ਸਾਡੀ ਮਾਂ, ਮੈਂ ਆਪਣੇ ਬੱਚੇ ਪਾਲ ਰਿਹਾ, ਅਸੀਂ ਇੱਕ ਪਰਿਵਾਰ ਹੈ ਇੱਥੇ, ਤੇ ਅਸੀਂ ਪੰਜਾਬੀ ਯੂਨੀਵਰਸਿਟੀ ਜਿਉਂਦਾ ਰੱਖਣ ਦੇ ਲਈ ਸਰਕਾਰ ਤੋਂ ਜਿਹੜੀ ਕਿ ਇੱਕ ਪੂਰੀ ਗ੍ਰਾਂਟ ਜੋ ਕਿ ਬਣਦੀ ਆ ਪਾਲਿਸੀ ਦੇ ਤਹਿਤ ਯੂਨੀਵਰਸਿਟੀ ਨੂੰ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ। ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, ਜੋ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਤੇ ਪੰਜਾਬੀ ਯੂਨੀਵਰਸਿਟੀ ਬਚਾਓ ਇੱਕ ਸਾਂਝਾ ਮੋਰਚਾ ਲਗਾਇਆ ਗਿਆ। ਸਾਂਝੇ ਮੋਰਚੇ ਦੇ ਲਗਾਉਣ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਜੋ ਕਿ ਇੱਥੇ ਕਰਮਚਾਰੀ ਨੇ, ਵਿਦਿਅਕ ਅਦਾਰੇ ਨੇ, ਕਈ ਸਟੂਡੈਂਟ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕੀ ਸਮੱਸਿਆਵਾਂ ਨੇ ਤੇ ਸਰਕਾਰ ਨਾਲ ਕੀ ਗੱਲਬਾਤ ਹੋਈ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਧਰਨਾ ਕਿੰਨੇ ਦਿਨ ਤੋਂ ਚੱਲ ਰਿਹਾ ਜੀ? ਸਾਡਾ ਧਰਨਾ ਜੀ ਪਿਛਲੀ 13 ਮਾਰਚ ਤੋਂ ਚੱਲ ਰਿਹਾ ਜੀ। 13 ਮਾਰਚ ਤੋਂ ਕੰਟੀਨਿਊ ਹੈ। ਸਰਕਾਰ ਵੱਲੋਂ ਹਲੇ ਕੋਈ ਵੀ ਇੱਥੇ ਹਾਂ ਦਾ ਜਿਹੜਾ ਨਾਰਾ ਨਹੀਂ ਮਾਰਿਆ ਗਿਆ। ਸਰਕਾਰ ਵੱਲੋਂ ਜਿਹੜਾ ਕਿ ਸਾਨੂੰ ਇੱਕ ਨਾ ਮਾਤਰ ਕੋਝੀ ਜਿਹੜੀ ਕਿ ਉਹਨਾਂ ਵੱਲੋਂ ਅਸੀਂ ਸ਼ਰਾਰਤੀ ਕਵਾਂਗੇ 164 ਕਰੋੜ ਜਿਹੜੀ ਕਿ ਇਹਨਾਂ ਨੇ ਰਾਸ਼ੀ ਦਿੱਤੀ ਆ ਪੰਜਾਬੀ ਯੂਨੀਵਰਸਿਟੀ ਨੂੰ, ਉਹ ਨਾ ਮਾਤਰ ਹੈ। ਉਹ ਸਾਡੀਆਂ ਜਿਹੜੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ, ਹੋਰ ਖਰਚੇ ਆ ਜਿਹੜੇ ਯੂਨੀਵਰਸਿਟੀ ਉਹ ਲੱਗਣੇ ਜੀ। ਹੁਣ ਅਸੀਂ ਇੰਪਲਾਈ ਜਾਂ 3-3 ਮਹੀਨੇ ਇੱਥੇ ਤਨਖਾਹਾਂ ਨਹੀਂ ਪੈਂਦੀਆਂ ਹੈਗੀਆਂ, ਜਦੋਂ ਕਿ ਸਾਨੂੰ ਚਾਹੀਦਾ ਸਾਡੀ ਪੋਕਟ ਵਿੱਚ ਵੀ ਕੋਈ ਖਰਚਾ ਹੋਵੇ। ਰੱਬ ਨਾ ਕਰੇ ਸੜਕ ਤੇ ਕੋਈ ਹਾਦਸਾ ਹੋ ਜਾਏ, ਕਿਸੇ ਸਮੇਂ ਮੁਲਾਜ਼ਮ ਕੋਲੇ 100 ਰੁਪਇਆ ਵੀ ਨਹੀਂ ਹੁੰਦਾ ਹੈਗਾ ਇਲਾਜ ਦੇ ਲਈ। ਤੇ ਅੱਜ ਮੁਲਾਜ਼ਮ ਦੀ ਇੰਨੀ ਮਾੜੀ ਹਾਲਤ ਹੈ ਕਿ ਉਹ ਇੱਕ ਸਕੂਟਰ ਵੀ ਲੋਨ ਤੇ ਨਹੀਂ ਕਢਾ ਸਕਦਾ। ਉਹਨਾਂ ਦੇ ਸਿਬਲ ਇੰਨੇ ਕੁ ਲੋ ਹੋ ਚੁੱਕੇ ਆ, ਇੰਨਾ ਕੁ ਬੈਂਕਾਂ ਦੇ ਵਿੱਚ ਉਹਨਾਂ ਦਾ ਰਿਕਾਰਡ ਮਾੜਾ ਹੋ ਗਿਆ, ਇੱਕ ਸਕੂਟਰ ਵੀ ਜਿਹੜਾ ਕਿ ਉਹ ਲੋਨ ਤੇ ਨਹੀਂ ਲੈ ਸਕਦਾ। ਅਸੀਂ ਸਾਰੇ ਹੀ ਮੁਲਾਜ਼ਮ, ਵਿਦਿਆਰਥੀ ਅਤੇ ਟੀਚਿੰਗ, ਸਾਡੇ ਵਿੱਚ ਰਿਟਾਇਰ ਵੀ ਮੁਲਾਜ਼ਮ ਨੇ, ਪੈਨਸ਼ਨ, ਅਸੀਂ ਇਕੱਠੇ ਹੋ ਕੇ ਇਹ ਇੱਕ ਜਿਹੜਾ ਕਿ ਫਰੰਟ ਤਿਆਰ ਕੀਤਾ। ਅਸੀਂ ਸਰਕਾਰ ਦੇ ਵਿਰੁੱਧ, ਸਰਕਾਰ ਤੋਂ ਅਸੀਂ ਕੋਈ ਨਿੱਜੀ ਨਹੀਂ ਮੰਗਦੇ ਹੈਗੇ, ਮੈਨੂੰ ਕੋਈ ਆਪਣੀ ਪ੍ਰਮੋਸ਼ਨ ਦੀ ਲੋੜ ਨਹੀਂ ਹੈਗੀ। ਅਸੀਂ ਮੰਗਦੇ ਹਾਂ ਸਰਕਾਰ ਜਿਹੜੀ ਸਾਡੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਸਾਡੀ ਮਾਂ, ਮੈਂ ਆਪਣੇ ਬੱਚੇ ਪਾਲ ਰਿਹਾ, ਅਸੀਂ ਇੱਕ ਪਰਿਵਾਰ ਹੈ ਇੱਥੇ, ਤੇ ਅਸੀਂ ਪੰਜਾਬੀ ਯੂਨੀਵਰਸਿਟੀ ਜਿਉਂਦਾ ਰੱਖਣ ਦੇ ਲਈ ਸਰਕਾਰ ਤੋਂ ਜਿਹੜੀ ਕਿ ਇੱਕ ਪੂਰੀ ਗ੍ਰਾਂਟ ਜੋ ਕਿ ਬਣਦੀ ਆ ਪਾਲਿਸੀ ਦੇ ਤਹਿਤ ਯੂਨੀਵਰਸਿਟੀ ਨੂੰ ਦਿੱਤੀ ਜਾਵੇ। ਸੋ ਸਾਡੇ ਨਾਲ ਵਿਦਿਆਰਥੀ ਵੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਯੂਨੀਵਰਸਿਟੀ ਨੂੰ ਵਿੱਤੀ ਸੰਕਟ ਨੂੰ ਬਚਾਉਣ ਵਾਸਤੇ ਵੀ ਇੱਕ ਮੋਰਚਾ ਸਾਥ ਦੇ ਰਹੇ ਨੇ। ਵੀਰ ਜੀ ਕਿਵੇਂ ਦੇਖਦੇ ਹੋ ਮੋਰਚੇ ਨੂੰ? ਮੋਰਚਾ ਜੀ ਚੜ੍ਹਦੀ ਕਲਾ ਦੇ ਵਿੱਚ ਹੈ। ਮੋਰਚੇ ਨੇ ਅੱਜ 6 ਅਪ੍ਰੈਲ ਦੇ ਵਿੱਚ ਪੰਜਾਬ ਭਰ ਦੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਜਿਹੜੀ ਹੜਤਾਲ ਦਾ ਸੱਦਾ ਦਿੱਤਾ ਸੀ, ਉਹ ਬਿਲਕੁਲ ਸਫਲਤਾਪੂਰਵਕ ਲਾਗੂ ਕੀਤਾ। ਪੂਰਾ ਪੰਜਾਬ, ਖਾਸ ਕਰਕੇ ਮਾਲਵਾ ਜਿਹੜਾ ਹੈ, ਉਹਨੇ ਇਸ ਹੜਤਾਲ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਇਆ ਤੇ ਸਾਰੇ ਵਿਦਿਅਕ ਅਦਾਰੇ ਜਿਹੜੇ ਇੱਕ ਦਿਨ ਲਈ ਬੰਦ ਕਰ ਦਿੱਤੇ ਗਏ ਅੱਜ। ਤੇ ਹੋਰ ਕਿੱਥੇ ਕਿੱਥੇ ਧਰਨਾ ਚੱਲ ਰਿਹਾ ਆਪਣਾ ਜੀ? ਕਹਿੰਦੇ ਸੀ ਕਾਲਜਾਂ ਦੇ ਵਿੱਚ ਵੀ ਧਰਨਾ ਚੱਲੂਗਾ ਜੀ। ਮੁੱਖ ਧਰਨਾ ਤਾਂ ਜੀ ਇੱਥੇ ਹੀ ਚੱਲ ਰਿਹਾ। ਬਾਕੀ ਅੱਜ ਜਿਹੜਾ ਹੈ ਉਹ ਲਗਭਗ ਜਿੰਨੇ ਵੀ ਕਾਲਜ ਹੈਗੇ ਆ ਪੰਜਾਬ ਭਰ ਦੇ, ਪੰਜਾਬ ਯੂਨੀਵਰਸਿਟੀਆਂ, ਤੇ ਉਹ ਸਾਰੇ ਕਿਤੇ ਪ੍ਰਦਰਸ਼ਨ ਹੋਏ ਆ ਤੇ ਬੰਦ ਕੀਤਾ ਗਿਆ। ਸੋ ਮੈਂ ਗੱਲ ਕਰਨਾ ਚਾਹੂੰਗਾ ਤੁਹਾਡੇ ਨਾਲ ਵੀ ਸਰਕਾਰ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਧਰਨੇ ਨੂੰ ਲੈ ਕੇ ਜੀ? ਸਰਕਾਰ ਨਾਲ ਸਾਡੀ ਧਰਨੇ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਸਾਨੂੰ BC ਸਾਹਿਬ ਦੇ ਥਰੂ ਮੈਸੇਜ ਮਿਲਿਆ ਸੀ ਵੀ ਜਿਹੜੀ 90 ਕਰੋੜ ਤਿਮਾਹੀ ਗ੍ਰਾਂਟ ਦਾ ਜਿਹੜਾ ਲੈਟਰ ਆ ਯੂਨੀਵਰਸਿਟੀ ਨੂੰ ਜਾਰੀ ਹੋ ਚੁੱਕਿਆ, ਪਰ ਜੇ ਅਸੀਂ ਉਸ ਲੈਟਰ ਦੀ 2 ਨੰਬਰ ਮੱਦ ਦੇਖੀਏ ਤਾਂ ਉਹਦੇ ਵਿੱਚ ਇਹ ਲਿਖਿਆ ਹੋਇਆ ਜੋ ਪੰਜਾਬ ਸਰਕਾਰ ਨੇ ਬਜਟ ਪਾਸ ਕਰਿਆ ਇਹ ਪੈਸਾ ਉਹਦੇ ਵਿੱਚੋਂ ਹੀ ਆ। ਇਸ ਕਰਕੇ ਅਸੀਂ ਚਾਹੁੰਦੇ ਵੀ ਸਰਕਾਰ ਸਾਨੂੰ ਕਲੈਰਿਟੀ ਦੇਵੇ ਵੀ ਇਹ ਗ੍ਰਾਂਟ ਆ ਜਿਹੜੀ 90 ਕਰੋੜ ਦੀ ਤਿਮਾਹੀ ਆਈ ਆ ਉਹ 164 ਕਰੋੜ ਦੇ ਵਿੱਚੋਂ ਆਈ ਆ ਜਾਂ ਸਾਡਾ ਬਜਟ ਵੱਧ ਕੇ 30 ਕਰੋੜ ਰੁਪਏ ਮੰਥਲੀ ਕਰ ਦਿੱਤਾ ਗਿਆ।
ਸਰਕਾਰ ਵੱਲੋਂ ਕਿਹਾ ਗਿਆ ਸੀ ਪਹਿਲੀ ਗ੍ਰਾਂਟ 30 ਕਰੋੜ ਦੀ ਲਾਗੂ ਕਰ ਦਿੱਤੀ ਗਈ ਹੈ ਤੇ ਕਿਹਾ ਗਿਆ ਸੀ 6 ਤਰੀਕ ਨੂੰ ਧਰਨਾ ਚੱਕ ਲਿਆ ਜਾਵੇਗਾ ਜੀ। ਸਰ ਇਸ ਲੈਟਰ ਦੇ ਵਿੱਚ ਅਸਪਸ਼ਟਤਾ ਹੈ, ਇਸ ਕਰਕੇ ਜਦੋਂ ਤੱਕ ਇਹ ਸਪਸ਼ਟ ਨਹੀਂ ਹੁੰਦਾ ਪਲੱਸ 150 ਕਰੋੜ ਦੇ ਕਰਜ਼ੇ ਤੇ ਲੀਕ ਨਹੀਂ ਵੱਜਦੀ ਤੇ ਪੰਜਾਬ ਦੀ ਉੱਚ ਸਿੱਖਿਆ ਵਾਸਤੇ ਕੋਈ ਪਾਲਿਸੀ ਨਹੀਂ ਬਣਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਤੇ ਅਗਲੀ ਰਣਨੀਤੀ ਕੀ ਹੋਏਗੀ ਧਰਨੇ ਦੀ ਜੀ? ਅਗਲੀ ਅਸੀਂ ਆਪਣੀ ਮੀਟਿੰਗ ਦੇ ਵਿੱਚ ਵਿਚਾਰ ਕੇ ਧਰਨੇ ਦੀ ਇੱਕ ਤਾਲਮੇਲ ਕਮੇਟੀ ਬਣੀ ਹੋਈ ਆ, ਉਹਦੇ ਵਿੱਚ ਵਿਚਾਰ ਕੇ ਅਗਲਾ ਕਾਲ ਜੋ ਵੀ ਸਾਡੀ ਕਾਲ ਹੋਊਗੀ ਉਹ ਦੇਵਾਂਗੇ। ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਕਿਹਦਾ ਸਹਿਯੋਗ ਮਿਲ ਰਿਹਾ ਜੀ? ਸਾਰੇ ਜਿਹੜੇ ਲੋਕ ਹੈ ਪੰਜਾਬ ਦੇ ਉਹਨਾਂ ਦਾ ਸਹਿਯੋਗ ਮਿਲਦਾ, ਖਾਸ ਤੌਰ ਤੇ ਜਿਹੜੇ ਮਾਲਵੇ ਦੇ ਲੋਕ ਹੈ ਉਹਨਾਂ ਦਾ ਸਹਿਯੋਗ ਮਿਲ ਰਿਹਾ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਆ ਗੈਸ ਵਰਕਰਾਂ ਦੀਆਂ ਜਥੇਬੰਦੀਆਂ ਅੱਜ ਵੀ ਆਈਆਂ ਨੇ ਤੇ ਬਹੁਤ ਸਾਰੇ ਜਿਹੜੇ ਸੁਨੇਹੇ ਸਾਡੇ ਤੱਕ ਆ ਵੀ ਗਏ ਆ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਇੱਥੇ ਵੀ ਆ ਗਈਆਂ ਤੇ ਇਹ ਵੀ ਸੁਨੇਹੇ ਆ ਰਿਹਾ ਵੀ ਜਦੋਂ ਤੁਸੀਂ ਕਹੋਗੇ ਅਸੀਂ ਇੱਥੇ ਆਵਾਂਗੇ, ਇੱਥੇ ਤੁਹਾਡੇ ਮੋਰਚੇ ਦੇ ਨਾਲ ਸਹਿਯੋਗ ਕਰਾਂਗੇ, ਬੈਠਾਂਗੇ। ਤੇ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਆ ਕੇ ਗੱਲਬਾਤ ਕੀਤੀ ਹੈ ਜੀ? ਪਾਰਟੀ ਬਾਰੇ ਸਾਡਾ ਜਿਹੜਾ ਇਹ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ, ਉਹਦਾ ਇਹ ਫੈਸਲਾ ਕਿ ਜੇ ਕੋਈ ਪਾਰਟੀ ਸਾਡੀ ਸਪੋਰਟ ਕਰਨੀ ਚਾਹੀਏ ਕਰੇ, ਲੇਕਿਨ ਇਸ ਮੰਚ ਤੋਂ ਅਸੀਂ ਮਨਾ ਕਰਿਆ ਵਾ, ਜਿਵੇਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਕਰਿਆ ਸੀ ਕਿ ਪੋਲੀਟੀਕਲ ਪਾਰਟੀ ਦਾ ਬੁਲਾਰਾ ਉਹ ਇਸ ਸਟੇਜ ਤੋਂ ਨਹੀਂ ਅਸੀਂ ਬੋਲਣ ਲਈ ਅਲਾਓ ਕਰਦੇ, ਉਹਦੀ ਇਜਾਜ਼ਤ ਨਹੀਂ ਦਿੰਦੇ। ਉਹਨੂੰ ਜੀ ਆਇਆਂ ਸਦਕੇ ਆਵੇ, ਧਰਨੇ 'ਚ ਬੈਠੇ ਮਦਦ ਕਰੇ, ਲੇਕਿਨ ਇਹ ਜਿਹੜਾ ਮੋਰਚਾ ਸਾਰਿਆਂ ਦਾ ਸਾਂਝਾ, ਕਿਸੇ ਪੋਲੀਟੀਕਲ ਪਾਰਟੀ ਦਾ ਉਵੇਂ ਨਹੀਂ ਹੈ। ਤੇ ਇਸ ਕਰਕੇ ਇਹ ਹੈ ਵੀ ਸਪੋਰਟ ਕਰਨੀ ਵੈਲਕਮ, ਲੇਕਿਨ ਇੱਥੇ ਸਟੇਜ ਤੇ ਬੋਲਣਾ ਨਹੀਂ ਹੈ ਦੀ ਮਤਲਬ ਅਸੀਂ ਇਹ ਫੈਸਲਾ ਕੀਤਾ ਕਿ ਉਹ ਨਾ ਕੀਤਾ ਜਾਵੇ। ਸਰਕਾਰ ਦੇ ਕਿਸੇ ਵਿਧਾਇਕ ਵੱਲੋਂ ਆ ਕੇ ਗੱਲਬਾਤ ਕੀਤੀ ਗਈ ਹੈ? ਕੋਈ ਭਰੋਸਾ ਦਿੱਤਾ ਗਿਆ ਜੀ? ਇਹ ਮੋਰਚਾ 13 ਮਾਰਚ ਨੂੰ ਸ਼ੁਰੂ ਹੋਇਆ ਜੀ। 13 ਮਾਰਚ ਨੂੰ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਉਸੇ ਸ਼ਾਮ ਮੀਟਿੰਗ BC ਨੂੰ ਬੁਲਾ ਕੇ ਵਿੱਤ ਮੰਤਰੀ ਨੇ ਕੀਤੀ, ਜਿਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਟੂ CM ਵੀ ਹਾਜ਼ਰ ਸੀਗਾ, ਵਿੱਤ ਸਕੱਤਰ ਵੀ ਹਾਜ਼ਰ ਸੀਗਾ, ਸਿੱਖਿਆ ਸਕੱਤਰ ਵੀ ਹਾਜ਼ਰ ਸੀਗਾ। ਤੇ ਉਦੋਂ ਅੱਗੇ ਜਿਹੜਾ ਵਾਈਸ ਚਾਂਸਲਰ ਆ ਉਹਨੇ ਅਗਲੇ ਦਿਨ 14 ਤਰੀਕ ਨੂੰ ਮੋਰਚੇ ਨੂੰ ਬੁਲਾਇਆ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਸਰਕਾਰ ਜਿਹੜੀ ਹੈ ਇਹ ਸਰਕਾਰ ਗੱਲ ਕਰੇ, ਗ੍ਰਾਂਟ ਸਰਕਾਰ ਨੇ ਦੇਣੀ ਹੈ, ਪੈਸੇ ਸਰਕਾਰ ਵੱਲੋਂ ਆਉਣੇ ਆ, ਹੈਗੇ ਲੋਕਾਂ ਦੇ ਪੈਸੇ ਆ, ਟੈਕਸਾਂ ਦੇ ਪੈਸੇ ਹੀ ਆ ਉਹ, ਲੇਕਿਨ ਇਹ ਸਰਕਾਰ ਤੋਂ ਹੋ ਕੇ ਆਉਣੇ ਆ, ਇਸ ਲਈ ਸਰਕਾਰ ਦੱਸੇ। ਉਦੋਂ ਦਾ ਵੀ ਨਹੀਂ ਸੀ ਅਸੀਂ ਕਿਹਾ ਮੋਰਚਾ ਚੱਲਦਾ। ਹੁਣ ਇਹ ਚਿੱਠੀ ਜਾਰੀ ਹੋ ਗਈ ਹੈ ਨਾ, ਅਸੀਂ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ, ਉਹਦਾ ਘਰਾਓ ਵੀ ਕਰਿਆ, ਉਹ ਤੋਂ ਬਾਅਦ ਸਾਰਾ ਕੁਝ ਹੋਇਆ। ਲੇਕਿਨ ਅੱਜ ਤੱਕ ਨਾ ਇਸ ਮੋਰਚੇ ਦੇ ਡੈਲੀਗੇਸ਼ਨ ਨੂੰ ਬੁਲਾਇਆ ਗਿਆ ਕਿਸੇ ਪੰਜਾਬ ਸਰਕਾਰ ਵੱਲੋਂ, ਨਾ ਸਰਕਾਰ ਦਾ ਕੋਈ ਨੁਮਾਇੰਦਾ ਆਇਆ। ਹਾਂ, ਇੱਥੇ MLA ਮਿਨਿਸਟਰਾਂ ਦਾ, ਚੀਫ ਮਿਨਿਸਟਰ ਦਾ ਵੜਨਾ ਬੰਦ ਕਰਿਆ ਮੋਰਚੇ ਨੇ। ਉਹ ਚੱਕਰ 'ਚ ਕਿਤੇ ਪ੍ਰਿੰਸੀਪਲ ਬੁੱਧ ਰਾਮ ਹੁਣੀ ਟੱਕਰ ਗਏ ਸੀਗੇ, ਉਹਨਾਂ ਨੂੰ ਘੇਰ ਕੇ ਇੱਥੇ ਲਿਆਂਦਾ ਗਿਆ ਤੇ ਉਹ ਇੱਥੇ ਆ ਕੇ ਕਹਿ ਗਏ ਵੀ ਮੈਂ ਇੱਥੋਂ 4-5 ਡਿਗਰੀਆਂ ਕਰੀਆਂ, ਜਿਵੇਂ ਖਹਿੜਾ ਛਡਾਉਣਾ ਹੁੰਦਾ ਨਾ, ਆਮ ਆਦਮੀ ਪਾਰਟੀ ਵਾਲਾ ਇਹ ਹੋਗਾ ਵੀ ਹੁਣ ਖਹਿੜਾ ਛਡਾਓ, ਤੇ ਜਿਵੇਂ ਖਹਿੜਾ ਛਡਾਉਣਾ ਮੈਂ ਗੱਲ ਕਰੂੰਗਾ। ਤੇ ਅਗਲੇ ਦਿਨ ਇੱਥੇ ਵੀ ਕਿਹਾ ਵੀ ਤੂੰ ਜਾ ਕੇ ਅਸੈਂਬਲੀ ਦਾ ਸੈਸ਼ਨ 22 ਮਾਰਚ ਦਾ ਹੋਣਾ ਸੀ ਹਲੇ, ਵੀ ਤੁਸੀਂ ਜਾ ਕੇ ਅਸੈਂਬਲੀ ਦਾ ਸੈਸ਼ਨ ਹੋਣਾ ਇੱਕ ਦਿਨ ਦਾ, ਉੱਥੇ ਗੱਲ ਕਰੋ। ਉਹਨੇ ਕੋਈ ਗੱਲ ਨਹੀਂ ਕੀਤੀ ਜਾ ਕੇ ਸੈਸ਼ਨ ਦੇ ਵਿੱਚ। ਉਹ ਆ ਕੇ ਉੱਥੇ ਬਿਆਨ ਦੇ ਰਿਹਾ, ਪ੍ਰੈਸ ਵਾਲਿਆਂ ਨੇ ਪੁੱਛਿਆ ਸੀਗਾ ਜਦੋਂ ਅਸੈਂਬਲੀ ਤੋਂ ਬਾਹਰ ਵੀ ਕੀ ਗੱਲ ਹੋਈ, ਉਹ ਕਹਿੰਦੇ ਜੀ ਵਿੱਤ ਮੰਤਰੀ ਸਾਹਿਬ ਇਹ ਕਹਿੰਦੇ ਆ ਵੀ ਅਸੀਂ ਤਾਂ 150 ਤੋਂ ਵਧਾ ਕੇ ਗ੍ਰਾਂਟ 164 ਕਰਤੀ ਹੈ ਨਾ। ਉਹਦਾ ਮਤਲਬ ਲੋਕਾਂ ਨੂੰ ਫੇਰ ਮਿਸਲੀਡ ਕਰੋ, ਮੂਰਖ ਬਣਾਓ। ਤੇ ਬਜਟ ਡਾਕੂਮੈਂਟ ਮੇਰਾ ਖਿਆਲ ਪ੍ਰਿੰਸੀਪਲ ਰਹੇ ਆ ਉਹ ਬੁੱਧ ਰਾਮ ਜੀ, ਜੇ ਪ੍ਰਿੰਸੀਪਲ ਨੂੰ ਬਜਟ ਦੇਖਣਾ ਵੀ ਨਹੀਂ ਆਇਆ ਪਿਛਲੇ ਸਾਲ ਦਾ, ਇਹਦੇ ਨਾਲੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਪਿਛਲੇ ਸਾਲ ਦੇ ਬਜਟ 200 ਕਰੋੜ ਹੈ, 150 ਪਲੱਸ 50 ਕਰੋੜ, ਟੋਟਲ ਤਾਂ ਤੁਸੀਂ 36 ਕਰੋੜ ਘਟਾਤਾ ਨਾ। ਜੇ ਕਿਸੇ ਨੂੰ 2 ਰੋਟੀਆਂ ਮਿਲਦੀਆਂ ਉਹਦੀ 1.5 ਕਰ ਦਿਓ। ਇਹ ਪ੍ਰਿੰਸੀਪਲ ਬੁੱਧ ਰਾਮ ਜੀ ਦੱਸਣਗੇ। ਜੇ ਪਹਿਲਾਂ ਹੀ ਬੰਦਾ ਅੰਡਰਵੇਟ ਹੋਵੇ, ਉਹਦਾ ਕੱਦ ਪੂਰਾ ਨਾ ਹੋਵੇ ਤੇ ਉਹ ਜਿਹੜਾ ਭੁੱਖਾ ਮਰ ਰਿਹਾ ਹੋਵੇ ਤੇ ਉਹਨੂੰ ਤੁਸੀਂ 1.5 ਰੋਟੀ ਦਿੰਦੇ ਹੋ, ਕਹਿੰਦਾ ਅੱਧੀ ਹੋਰ ਘਟਾ ਦੇ ਇੱਕੋ ਮਿਲੂਗੀ, ਇਹ ਕੋਈ ਹੈ ਨਿਆਂ ਹੈ? ਸੋ ਇਸ ਲਈ ਇਹ ਸਰਕਾਰ ਚੁੱਪ ਹੈ, ਜਿਹੜੀ ਕਹਿੰਦੀ ਹੈ ਟਰਾਂਸਪੇਰੈਂਟ ਹੈ, ਅਸੀਂ ਲੋਕਾਂ ਆਮ ਬੰਦੇ ਦੀ ਸਰਕਾਰ ਹੈ। ਮੇਰਾ ਖਿਆਲ ਇਹ ਖਾਸ ਬੰਦਿਆਂ ਦੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲਿਆਂ ਦੀ ਉਹ ਸਰਕਾਰ ਹੈ ਜਿਹਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਦਾ, ਤੇ ਆਮ ਬੰਦਾ ਤਾਂ ਆ ਬੈਠਾ ਸੜਕਾਂ ਤੇ ਬੈਠਾ ਧਰਨੇ ਲਾਉਂਦਾ, ਮੁਜ਼ਾਹਰੇ ਕਰ ਰਿਹਾ, ਉਹਨਾਂ ਦੇ ਕੋਲ ਨਹੀਂ ਆ ਰਹੇ ਇਹ। ਕੱਲ ਇੱਥੇ ਭਗਵੰਤ ਮਾਨ ਹੋਣੀ ਆਏ ਸੀਗੇ, ਇਸੇ ਯੂਨੀਵਰਸਿਟੀ ਦੀ ਪ੍ਰੋਡਕਟ ਨੇ। ਜੇ ਉਹਨਾਂ ਨੂੰ ਦਰਦ ਹੁੰਦਾ ਪੰਜਾਬੀ ਯੂਨੀਵਰਸਿਟੀ ਦਾ, ਜੇ ਉਹਨਾਂ ਨੂੰ ਵਿਦਿਆਰਥੀਆਂ ਦਾ ਦਰਦ ਹੁੰਦਾ, ਜੇ ਉਹਨਾਂ ਨੂੰ ਅਧਿਆਪਕਾਂ ਮੁਲਾਜ਼ਮਾਂ ਦਾ ਦਰਦ ਹੁੰਦਾ, ਫਿਰ ਉਹ ਇਸ ਡੈਲੀਗੇਸ਼ਨ ਨੂੰ ਉੱਥੇ ਬੁਲਾ ਵੀ ਸਕਦੇ ਸੀ 5 ਮਿੰਟ 5 ਮਿੰਟ ਬੁਲਾ ਕੇ ਸਾਡੇ ਨਾਲ ਗੱਲ ਕਰ ਲੈਂਦੇ। ਲੇਕਿਨ ਉੱਥੋਂ ਕੇ ਚਲੇ ਗਏ ਜੋਗਾ, ਜਿਹੜਾ ਇੱਕ ਡਰਾਮਾ ਹੋਰ ਚੱਲਣਾ ਸ਼ੁਰੂ ਹੋਇਆ ਤੇ ਉਹ ਕੇਜਰੀਵਾਲ ਨੂੰ ਲੈ ਕੇ ਆਏ
ਹੈ ਨਾ ਜੀ। ਉਹ ਆ ਕੇ ਆਪਣਾ ਸਾਰਾ ਕੁਝ ਕਰ ਗਏ, ਲੇਕਿਨ ਮੋਰਚੇ ਦੀ ਲੀਡਰਸ਼ਿਪ ਨਾਲ 5 ਮਿੰਟ 10 ਮਿੰਟ ਦਾ ਸਮਾਂ ਵੀ ਨਹੀਂ ਕੱਢਿਆ। ਇਹ ਯੂਨੀਵਰਸਿਟੀ ਉਹਨਾਂ ਦੀ ਕੰਸਟੀਚੁਐਂਸੀ ਜਿਹੜੀ ਹੈ ਸੰਗਰੂਰ ਪਾਰਲੀਮੈਂਟ ਦੀ ਜਾਂ ਇਹਦੀ ਜਿਹੜੀ ਦੂਜੀ ਹੈ ਉਹ ਸਾਰਿਆਂ ਦੇ ਵਿੱਚ ਹੀ ਹੈ ਇਹ ਯੂਨੀਵਰਸਿਟੀ ਦਾ। ਅੱਜ ਸਾਰੇ ਕਾਲਜਾਂ 'ਚ ਹੜਤਾਲ ਹੈ, ਉਹਨਾਂ ਵਾਲੀ ਕੰਸਟੀਚੁਐਂਸੀ 'ਚ ਵੀ ਹੜਤਾਲਾਂ ਨੇ ਜਿਹੜੇ ਕਾਲਜ ਉੱਥੋਂ ਬੱਚੇ ਪੜ੍ਹਨ ਆਉਂਦੇ ਆ। ਸੋ ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਜਿਹੜੀ ਇਹ ਚਿੱਠੀ ਜਾਰੀ ਹੋਈ ਹੈ 90 ਕਰੋੜ ਵਾਲੀ, ਇੰਨੀ ਕੁ ਕਲੈਰੀਫਿਕੇਸ਼ਨ ਕਰ ਦਿਓ। ਮੈਨੂੰ ਇਹ ਦੱਸੋ ਇਹ ਕਿੱਡਾ ਕੁ ਵੱਡਾ ਸਵਾਲ ਹੈ, ਰਾਕਟ ਸਾਇੰਸ ਹੈ ਜਿਹੜੀ ਤੁਸੀਂ ਇਹ ਦੱਸਣੀ ਹੈ ਵੀ ਇਹ ਪਰ ਮੰਥ 30 ਕਰੋੜ ਹੈ ਤੇ 12 ਮਹੀਨੇ 360 ਕਰੋੜ ਹੈ। ਇੰਨੀ ਗੱਲ ਹੈ। ਇੰਨੀ ਗੱਲ ਜੇ ਕਰ ਨਹੀਂ ਸਕਦਾ ਚੀਫ ਮਿਨਿਸਟਰ, ਵਿੱਤ ਮੰਤਰੀ, ਸਿੱਖਿਆ ਮੰਤਰੀ, ਉਹਨਾਂ ਦਾ IAS ਆਫੀਸਰ ਹੈ ਨਾ, ਚੀਫ ਸੈਕਟਰੀ ਜਾਂ ਵਿੱਤ ਸੈਕਟਰੀ, ਜੇ ਇੰਨੀ ਗੱਲ ਨਹੀਂ ਕਰ ਸਕਦਾ ਹੋਰ ਕੀ ਕਰ ਸਕਦਾ ਉਹ। ਇੰਨੀ ਕਲੈਰੀਫਿਕੇਸ਼ਨ ਅਸੀਂ ਮੰਗ ਰਹੇ ਹਾਂ ਵੀ ਸਾਨੂੰ ਉਹ ਲਿਖ ਕੇ ਦੇ ਦਿਓ, ਚਿੱਠੀ ਕੱਢ ਦਿਓ। ਤੁਸੀਂ ਆਪਣਾ ਆਫੀਸ਼ੀਅਲ ਆਥੈਂਟੀਕੇਟਡ ਬਿਆਨ ਭੇਜ ਦਿਓ, ਇੱਥੇ ਬੰਦਾ ਭੇਜ ਦਿਓ ਜਿਹੜਾ ਆਥੈਂਟੀਕੇਟਡ ਹੋਵੇ ਤੇ ਕਹੇ ਵੀ ਹਾਂ ਜੀ 30 ਕਰੋੜ ਆ ਤੇ 12 ਮਹੀਨੇ ਦੀ ਹੈ। ਤੇ ਦੂਜਾ ਕਰਜ਼ੇ ਜਿਹੜਾ 150 ਕਰੋੜ ਦਾ ਕਰਜ਼ਾ ਉਹਦੀ ਗੱਲ ਕਰੋ। ਤੇ ਇਹ ਕ੍ਰਾਈਸਿਸ ਉਚੇਰੀ ਸਿੱਖਿਆ ਦਾ ਸਾਰੇ ਪੰਜਾਬ 'ਚ ਹੈ। ਉਹਨਾਂ ਨੇ 1015 ਕਰੋੜ ਰੁਪਇਆ ਰੱਖਿਆ, 17,074 ਕਰੋੜ ਰੁਪਇਆ ਸਿੱਖਿਆ ਦਾ ਟੋਟਲ। ਉਹ 'ਚੋਂ ਉਚੇਰੀ ਸਿੱਖਿਆ ਸਾਰੀਆਂ ਯੂਨੀਵਰਸਿਟੀਆਂ, ਸਾਰੇ ਕਾਲਜ, ਗਵਰਨਮੈਂਟ ਕਾਲਜ, ਉਹ 1015 ਕਰੋੜ ਦੇ ਕਰੀਬ ਹੈ। ਤੇ ਉਚੇਰੀ ਜਿਹੜੇ ਯੂਨੀਵਰਸਿਟੀਆਂ ਤੇ ਕੰਸਟੀਚੁਐਂਟ ਕਾਲਜ ਹੈ ਉਹਦੇ ਲਈ 990 ਕਰੋੜ ਹੈ। ਇਹਦਾ ਮਤਲਬ ਟੋਟਲ ਬਜਟ 1,96 ਕਰੋੜ 462 ਕਰੋੜ ਦਾ, 1,96,462 ਕਰੋੜ ਦਾ। ਉਹਨੂੰ ਕੱਢ ਕੇ ਦੇਖੋ 0.5% ਵੀ ਨਹੀਂ ਹੈ, 0.5% ਵੀ ਨਹੀਂ ਯੂਨੀਵਰਸਿਟੀਆਂ ਦਾ ਬਜਟ। ਜਿਹੜੀ ਇਹ ਪੈਸੇ ਬਚਾ ਰਹੇ ਆ, ਜਿਹੜੀ ਔਰਤਾਂ ਨੂੰ 1,000 ਰੁਪਇਆ ਗਰੰਟੀ ਦਿੱਤੀ ਸੀਗੀ ਜਿਹੜੀ 1 ਸਾਲ ਲੰਘਣ ਤੋਂ ਬਾਅਦ ਲਾਗੂ ਨਹੀਂ ਹੋਈ, ਜਿਹੜਾ ਉਹਦਾ 1 ਮਹੀਨੇ ਦਾ 1,000 ਕਰੋੜ ਰੁਪਇਆ ਬਚ ਰਿਹਾ ਹੈ ਨਾ। 1,000 ਕਰੋੜ ਰੁਪਇਆ 1 ਮਹੀਨੇ ਦਾ ਬਚ ਰਿਹਾ, 12,000 ਕਰੋੜ ਰੁਪਇਆ 1 ਸਾਲ ਦਾ। ਉਹ 1,000 ਕਰੋੜ ਅਸੀਂ ਕਹਿੰਦੇ ਜਿਹੜਾ ਉਹ ਬਚਾ ਰਹੇ ਆ ਉਹੀ ਲਾ ਦਿਓ ਯੂਨੀਵਰਸਿਟੀਆਂ ਤੇ, ਬਾਕੀ ਤਾਂ ਛੱਡੋ, 1 ਮਹੀਨੇ ਦਾ ਲਾ ਦਿਓ, ਦੇ ਦਿਓ, ਨਿਕਲ ਜਾਣਗੀਆਂ ਯੂਨੀਵਰਸਿਟੀਆਂ। ਜਿਹੜੀ ਇਹ ਤੁਸੀਂ ਕਰ ਰਹੇ ਹੋ। ਸੋ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਵਾਲਾ ਮੁੱਦਾ ਨਿੱਜੀਕਰਨ ਦੇ ਹੱਕ ਚੱਲਿਆ ਵਾ। ਤੇ ਪ੍ਰਾਈਵੇਟ ਯੂਨੀਵਰਸਿਟੀ ਨੇ ਇਹ ਕੀ ਸਟੇਟਮੈਂਟ ਹੋਈ ਵੀ ਤੁਸੀਂ ਮੰਗੋਗੇ ਵੀ ਇੱਥੇ ਦੀ ਯੂਨੀਵਰਸਿਟੀ ਪਿਛਲਾ ਸਾਰਾ ਸਾਲ ਪ੍ਰੈਜੈਂਟੇਸ਼ਨਾਂ ਦਿੰਦੀ ਰਹੇਗੀ, ਬਜਟ ਉਹਨੇ ਕੋਲ ਗਏ ਵੇ ਆ, ਉਹ ਗੁਰੂ ਨਾਨਕ ਦਾ ਹੋਵੇ, PAU ਦਾ ਹੋਵੇ, ਸਾਰਿਆਂ ਦਾ ਹੋਵੇ, ਸਾਰਿਆਂ ਦੇ ਪਏ ਆ। ਉੱਥੇ ਪਤਾ ਕਿੰਨੇ ਕਿੰਨੇ ਪੈਸੇ ਚਾਹੀਦੇ ਆ ਤੇ ਪੈਸੇ ਦਿਓ ਤੁਸੀਂ। ਹਾਂਜੀ, ਪੋਸਟਾਂ ਖਾਲੀ ਪਈਆਂ, ਤੁਸੀਂ ਕਿਹੜੀ ਮਰਜ਼ੀ ਯੂਨੀਵਰਸਿਟੀ ਕੱਢ ਕੇ ਦੇਖ ਲਓ, 40% ਪੋਸਟਾਂ ਖਾਲੀ। ਸੋ ਉਚੇਰੀ ਸਿੱਖਿਆ ਬਚਣੀ ਕਿੱਥੋਂ। ਸੋ ਇਸ ਲਈ ਅਸੀਂ ਇਹ ਮੋਰਚੇ ਤੋਂ ਸਰਕਾਰ ਨੂੰ ਇਹ ਕਹਿੰਦੇ ਆ ਉਚੇਰੀ ਸਿੱਖਿਆ ਦਾ ਡਾਕੂਮੈਂਟ ਨੀਤੀ ਦੇ ਤੌਰ ਤੇ ਜਾਰੀ ਕਰੋ ਤੇ ਡਿਸਕਸ ਕਰਾਓ ਤੇ ਸਾਰਿਆਂ ਨੂੰ ਗ੍ਰਾਂਟ ਦਿਓ। ਨਹੀਂ ਇਹ ਮੋਰਚਾ ਅੱਗੇ ਜਾਊਗਾ, ਲੋਕਾਂ ਤੱਕ ਜਾਊਗਾ, ਪਿੰਡ ਜਾਊਗਾ, ਫਿਰ ਇਹ ਚੰਡੀਗੜ੍ਹ ਤੱਕ ਵੀ ਜਾਊਗਾ। ਤੇ ਉਹ ਤੋਂ ਪਹਿਲਾਂ ਅਸੀਂ ਕਹਿੰਦੇ ਆ, ਗੁਜ਼ਾਰਿਸ਼ ਕਰਦੇ ਆ, ਕਲੈਰੀਫਿਕੇਸ਼ਨ ਦੇ ਦਿਓ 360 ਕਰੋੜ ਦੀ ਤੇ ਅੱਗੇ ਨੀਤੀ ਦੀ ਗੱਲ ਕਰੋ ਤੇ 150 ਕਰੋੜ ਦਾ ਕਰਜ਼ਾ ਮਾਫ ਕਰੋ। ਜਿਹੜੀਆਂ ਵਿਦਿਆਰਥੀਆਂ ਦੀ ਦਿੱਕਤਾਂ ਨੇ ਉਹ ਅਸੀਂ ਦੇਖ ਸਕਦੇ ਹਾਂ ਕਿ ਇੱਕ ਮਾਸਟਰ ਦਾ ਬੇਟਾ ਜਿਹੜਾ CM ਹੋ ਕੇ ਮਾਸਟਰਾਂ ਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸੜਕਾਂ 'ਚ ਰੋਲ ਰਿਹਾ, ਤਾਂ ਉਹ ਕਿੱਡੀ ਵੱਡੀ ਉਹਦੀ ਮਤਲਬ ਨਲਾਇਕੀ ਹੈ ਕਿ ਸਾਡੇ ਜਿਹੜੇ ਬੱਚੇ ਨੇ, ਆਪਦੇ ਬੱਚੇ ਤੁਸੀਂ ਬਾਹਰਲੇ ਮੁਲਕਾਂ 'ਚ ਭੇਜ ਕੇ ਸਾਡੇ ਬੱਚਿਆਂ ਨੂੰ ਸੜਕਾਂ ਤੇ ਬਿਠਾਇਆ ਹੋਇਆ। ਉਰੇ ਇਸ ਸੂਬੇ ਦੇ ਵਿੱਚ ਇਹਨਾਂ ਨੇ ਨਸ਼ਾ ਇੰਨਾ ਸਸਤਾ ਕਰ ਦਿੱਤਾ ਕਿ ਵਿੱਦਿਆ ਉਹਦੇ ਨਾਲੋਂ ਦੁੱਗਣੀ ਮਹਿੰਗੀ ਹੋ ਚੁੱਕੀ ਹੈ। ਤੇ ਇਹਨਾਂ ਚੀਜ਼ਾਂ ਤੇ ਆਪਾਂ ਫੋਕਸ ਕਰਨ ਦੀ ਬਜਾਏ ਆਪਾਂ ਯੋਗਾ ਕਰਾ ਰਹੇ ਹਾਂ, ਆਪਣੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਕਰ ਰਹੇ ਹਾਂ, ਚੁਸਤ ਬਣ ਰਹੇ ਹਾਂ। ਪਰ ਜਿਹੜੇ ਲੋਕ ਨੇ ਜਿਨ੍ਹਾਂ ਦਾ ਅਸੀਂ ਸਾਹ ਘੋਟ ਰਹੇ ਕਿ ਆਪ ਯੋਗਾ ਕਰ ਰਹੇ ਹਾਂ, ਕੀ ਉਹਨਾਂ ਦੇ ਅਸੀਂ ਹਾਲ ਚਾਲ ਪੁੱਛ ਰਹੇ ਹਾਂ? ਕੀ ਸਰਕਾਰ ਸਾਡੇ ਬੱਚਿਆਂ ਨੂੰ ਪੁੱਛ ਰਹੀ ਹੈ? ਕੀ ਸਾਡੇ ਮੁਲਾਜ਼ਮਾਂ ਨੂੰ ਪੁੱਛ ਰਹੀ ਹੈ? ਸਰਕਾਰ ਬੈਠੀ ਹੈ ਕਿ ਢਕੋਸਲਾ ਕਰ ਰਹੀ ਹੈ, ਪੋਸਟਰਬਾਜ਼ੀ ਕਰ ਰਹੀ ਹੈ, ਬਿਆਨਬਾਜ਼ੀਆਂ ਕਰ ਰਹੀ ਹੈ। ਤੁਸੀਂ ਦੇਖੋਗੇ ਕੱਲ ਪੂਰੇ ਪਟਿਆਲੇ ਜ਼ਿਲ੍ਹੇ ਤੋਂ ਬਾਹਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਬੈਨਰ ਪੋਸਟਰ ਲੱਗੇ ਕਿ ਘੱਟੋ ਘੱਟ 2-3 ਕਰੋੜ ਰੁਪਏ ਦਾ ਬੇਫਜ਼ੂਲ ਦਾ ਖਰਚਾ ਕੀਤਾ ਗਿਆ। ਕੀ ਭਗਵੰਤ ਮਾਨ ਰੋਜ਼ ਯੋਗਾ ਕਰਦਾ? ਕੀ ਉਹ ਯੋਗਾ ਕਰਦਾ ਤਾਂ ਉਹਦਾ ਦਿਮਾਗ ਤੰਦਰੁਸਤ ਨਹੀਂ ਹੋਇਆ, ਚੁਸਤ ਨਹੀਂ ਹੋਇਆ? ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਯੂਨੀਵਰਸਿਟੀ ਕੀ ਸੜਕਾਂ 'ਚ ਰੋਲੀ ਪਈ ਹੈ, ਮੈਂ ਕੀ ਵਿੱਦਿਆ ਸਾਰੀ ਸੜਕਾਂ 'ਚ ਰੋਲੀ ਹੈ? ਕਿ ਉਹਦਾ ਫਰਜ਼ ਨਹੀਂ ਬਣਦਾ ਸੀ ਉਰੇ ਆ ਕੇ ਬੱਚਿਆਂ ਨੂੰ ਪੁੱਛਣਾ, ਸਾਡੇ ਮੁਲਾਜ਼ਮਾਂ ਨੂੰ ਪੁੱਛਣਾ? ਸਿਰਫ ਇਹੀ ਬਿਆਨਬਾਜ਼ੀਆਂ ਕਰੀ ਜਾਣਾ ਕਿ ਮੈਂ ਦੇਤੇ। ਉਹ ਜਿਹੜੇ 90 ਕਰੋੜ ਦਿੱਤੇ ਨੇ, ਤੁਸੀਂ ਉਹ 90 ਕਰੋੜ ਵੀ ਨਹੀਂ ਐਕਸਪਲੇਨ ਕੀਤੇ ਵੀ ਦਿੱਤੇ ਕਿਹਦੇ 'ਚੋਂ ਨੇ? 360 ਕਰੋੜ ਦੇ ਵਿੱਚੋਂ ਦਿੱਤੇ ਕਿ 164 ਕਰੋੜ ਜਿਹੜੀ ਤੁਸੀਂ ਪਹਿਲਾਂ ਬਿਆਨਬਾਜ਼ੀ ਕੀਤੀ ਹੈ? ਇਹ ਚੀਜ਼ਾਂ ਕਲੈਰੀਫਿਕੇਸ਼ਨ ਚਾਹੀਦੀ ਹੈ। ਉਸ ਤੋਂ ਮਗਰੋਂ ਹੀ ਸਾਨੂੰ ਪਤਾ ਲੱਗੂਗਾ ਸਾਡੀ ਯੂਨੀਵਰਸਿਟੀ ਜਿਹੜੀ ਹੈ ਇਹ ਚਲਾਉਣ ਦੇ ਹੱਕ 'ਚ ਵੀ ਨੇ ਕਿ ਇਹਨੂੰ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਧੱਕ ਰਹੇ ਨੇ। ਤੇ ਇਹ ਬਹੁਤ ਸਮੱਸਿਆਵਾਂ ਨੇ। ਪੰਜਾਬੀ ਯੂਨੀਵਰਸਿਟੀ ਬਚਾਓ ਜਿਹੜਾ ਮੋਰਚਾ ਜੀ, ਉਹ 13 ਮਾਰਚ ਤੋਂ ਸ਼ੁਰੂ ਹੋਇਆ ਜੀ। ਉਹ ਜਿਹੜੇ ਯੂਨੀਵਰਸਿਟੀ ਦੇ ਅੰਗ ਨੇ, ਪੰਜਾਬੀ ਯੂਨੀਵਰਸਿਟੀ ਦੇ ਕਾਲਜ ਨੇ, ਉਹ ਵੀ ਮੋਰਚੇ ਦੀ ਹਮਾਇਤ ਕਰ ਰਹੇ ਨੇ। ਕਈ ਵਾਰੀ ਅਸੀਂ ਇੱਥੇ ਆ ਜਾਂਦੇ ਹਾਂ, ਅੱਜ ਵੀ ਸਾਨੂੰ ਮੋਰਚੇ ਬੰਨਿਓ ਕਾਲ ਗਈ ਸੀ ਕਿ ਸੰਪੂਰਨ ਹੜਤਾਲ ਕਰਕੇ ਤੁਸੀਂ ਮੋਰਚੇ ਦੇ ਵਿੱਚ ਪੁੱਜੋ।
ਸੋ ਮੈਂ ਰਾਮਪੁਰਾ ਫੂਲ ਇੰਜੀਨੀਅਰਿੰਗ ਕਾਲਜ ਤੋਂ ਹਰਪਾਲ ਸਿੰਘ ਇੱਥੇ ਮੋਰਚੇ ਦੀ ਹਮਾਇਤ ਲਈ ਪਹੁੰਚਿਆ ਤੇ ਸਾਡਾ ਜਿਹੜਾ ਕਾਲਜ ਆ ਉਹ ਪੂਰਨ ਬੰਦ ਆ ਜੀ। ਹੜਤਾਲ ਦਾ ਅਸੀਂ ਪੂਰਾ ਭਰਮਾ ਸਾਥ ਦਿੱਤਾ ਜੀ ਤੇ ਨਾਲ ਹੀ ਨਾਲ ਅਸੀਂ ਮੋਰਚੇ ਲਈ ਫੰਡ ਵੀ ਦਿੱਤਾ ਜੀ। ਬਾਕੀ ਮੈਂ ਕਹਿਣਾ ਚਾਹੁੰਦਾ ਵੀ ਸਰਕਾਰ, ਪੰਜਾਬ ਸਰਕਾਰ ਜਿਹੜੇ ਦੋ ਮੁੱਦਿਆਂ ਤੇ ਇਹਨਾਂ ਨੇ ਮੇਨ ਚੋਣ ਲੜੀ ਸੀ, ਸਿਹਤ ਤੇ ਸਿੱਖਿਆ ਦੇ ਮੁੱਦੇ ਦੇ ਉੱਤੇ ਇਹਨੇ ਚੋਣ ਲੜੀ ਸੀ, ਔਰ ਜਿਹੜੀ ਇਹ ਸਰਕਾਰ ਆ ਉਹਨਾਂ ਦੋਨਾਂ ਮੁੱਦਿਆਂ ਤੋਂ ਹੀ ਭੱਜ ਰਹੀ ਹੈ। ਲੋਕਾਂ ਨੂੰ ਕਿੰਨਾ ਮੂਰਖ ਬਣਾ ਰਹੀ ਹੈ, ਕਿਉਂਕਿ ਜਿਹੜੀ ਸਿਹਤ ਤੇ ਸਿੱਖਿਆ ਇਹ ਬਿਲਕੁਲ ਸਰਕਾਰ ਨੇ ਦੇਣਾ ਜੀ। ਇਹਦੇ ਲਈ ਆਪਾਂ ਸਾਰੇ ਲੋਕ ਫੰਡਿੰਗ ਕਰਦੇ ਹਾਂ ਜੀ, ਟੈਕਸ ਦਿੰਦੇ ਹਾਂ ਜੀ। ਔਰ ਇਹਨਾਂ ਤੋਂ ਜੇ ਆਪਾਂ ਕਹੀਏ ਸਰਕਾਰੀ ਹਸਪੀਟਲ ਦੇ ਵਿੱਚ ਆਪਾਂ 10 ਰੁਪਏ ਦੀ ਪਰਚੀ ਦੇ ਕੇ ਉੱਥੋਂ ਦੇ EMPLOYE ਦੀ ਆਪਾਂ ਸੈਲਰੀ ਕੱਢ ਲਾਂਗੇ, ਪੋਸੀਬਲ ਨਹੀਂ ਸਰ। ਇਸੇ ਤਰ੍ਹਾਂ ਸਿੱਖਿਆ ਦੇ ਵਿੱਚ ਜੇ ਆਪਾਂ ਕਹੀਏ ਵਿਦਿਆਰਥੀਆਂ ਤੋਂ ਫੀਸਾਂ ਲੈ ਕੇ ਆਪਾਂ ਉੱਥੋਂ ਦੇ ਮੁਲਾਜ਼ਮਾਂ ਦੀ ਜਾਂ ਉੱਥੋਂ ਦੇ ਟੀਚਰਾਂ ਦੀ ਸੈਲਰੀ ਕੱਢ ਲਾਂਗੇ, ਪੋਸੀਬਲ ਨਹੀਂ। ਸੋ ਇਹਦੇ ਲਈ ਜਿਹੜੀ ਪਾਲਿਸੀ ਬਣਾਉਣੀ ਚਾਹੀਦੀ ਹੈ, ਸਰਕਾਰ ਨੂੰ ਫੁੱਲ ਪੇਮੈਂਟ ਕਰਨੀ ਚਾਹੀਦੀ ਹੈ ਔਰ ਫੁੱਲ ਉਹਦੀ ਜਿਹੜੀ ਆਪਣੀ ਜਿਹੜੀ ਸੈਲਰੀ ਦੀ ਪੇਮੈਂਟ ਆ ਸਾਰੀ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ। ਔਰ ਇਸੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਚੋਣ ਲੜੀ ਸੀ ਔਰ ਇਹ ਤੋਂ ਭੱਜ ਰਹੀ ਹੈ। ਤੇ ਸਾਡੀ ਸਰਕਾਰ ਨੂੰ ਇਹ ਗੁਜ਼ਾਰਿਸ਼ ਹੈ ਵੀ ਉਹ ਆਪਣੇ ਸਹੀ ਮੁੱਦਿਆਂ ਦੇ ਉੱਤੇ ਆਵੇ। ਜੇਕਰ ਉਹਨਾਂ ਨੇ ਦੁਬਾਰਾ ਰਾਜਨੀਤੀ ਦੇ ਵਿੱਚ ਆਉਣਾ ਤਾਂ ਨਹੀਂ, ਉਹਨਾਂ ਲਈ ਰਾਜਨੀਤੀ ਦਾ ਜਿਹੜਾ ਰਾਹ ਬਹੁਤ ਕਠਿਨ ਹੋ ਜਾਵੇਗਾ। ਸੋ ਇਸ ਨੂੰ ਪੰਜਾਬੀ ਯੂਨੀਵਰਸਿਟੀ ਸਾਂਝੇ ਮੋਰਚੇ ਦੇ ਆਗੂ ਨੇ, ਨਾਲ ਕਰਮਚਾਰੀ ਨੇ ਤੇ ਵਿਦਿਆਰਥੀ ਨੇ ਜਿਨ੍ਹਾਂ ਵੱਲੋਂ ਇਹ ਮੋਰਚਾ ਲਗਾਇਆ ਗਿਆ ਤੇ ਉਹਨਾਂ ਦੀ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਯੂਨੀਵਰਸਿਟੀ ਦੀ ਬਾਂਹ ਫੜੀ ਜਾਵੇ, ਇਹਨੂੰ ਸਹਾਇਤਾ ਦਿੱਤੀ ਜਾਵੇ ਤਾਂ ਕਿ ਯੂਨੀਵਰਸਿਟੀ ਕਿਤੇ ਨਾ ਕਿਤੇ ਜਾ ਕੇ ਬਚ ਸਕੇ। ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਬਿੱਟੂ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच।